ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਮੈਂ ਹਾਂ ਨੀਰੂ ਬਿਜਰਵਾਨ। ਚੀਫ ਜਸਟਿਸ ਆਫ ਇੰਡੀਆ ਚੰਦਰਚੂੜ ਚੰਡੀਗੜ੍ਹ ਪਹੁੰਚੇ ਸੀ। ਪੀਜੀਆਈ ਦੇ ਵਿਚਕਾਰ ਸਮਾਗਮ ਸੀਗਾ ਤੇ ਅਸੀਂ ਸਵਾਲ ਪੁੱਛੇ ਸਨ ਕਿ ਬਹੁਤ ਸਾਰੇ 2.5 ਕਰੋੜ ਦੇ ਕਰੀਬ ਕੇਸਿਸ ਜਿਹਨੂੰ ਪੈਂਡਿੰਗ ਚੱਲ ਰਹੇ ਤੇ ਸਭ ਤੋਂ ਵੱਡੀ ਗੱਲ ਹੈ ਜੱਜਾਂ ਦੀ ਘਾਟ ਮਹਿਸੂਸ ਹੋ ਰਹੀ ਹੈ, ਫੈਸਲੇ ਦੇਰੀ ਦੇ ਵਿਚਕਾਰ ਆ ਰਹੇ। ਸਾਡੇ ਨਾਲ ਸਾਬਕਾ ਐਗਜ਼ੀਕਿਊਟਿਵ ਮੈਜਿਸਟ੍ਰੇਟ ਨਰਿੰਦਰ ਮੋਹਨ ਰੰਗਲਾ ਪੰਜਾਬ ਜੇ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ। 96 ਤੋਂ 97% ਲੋਕ ਜਿਹੜੇ ਨੇ ਉਹ ਮੁਹੱਲਾ ਕਲੀਨਿਕਾਂ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ। ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ। ਮੁਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ। ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ। 2 ਹਫ਼ਤੇ ਤੋਂ ਖੰਘ ਨੇ ਬਹੁਤ ਪਰੇਸ਼ਾਨ ਕਰਿਆ ਤੇ ਜੀ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਦਵਾਈ ਲੈਂਦਾ ਰਿਹਾ, ਫਿਰ ਇੱਥੇ ਆ ਕੇ ਲੱਤੀ ਜੀ, ਟੈਸਟ ਫ੍ਰੀ ਹੋਇਆ, ਇੱਥੋਂ ਮੈਂ ਠੀਕ ਹੋ ਗਿਆ। ਹੁਣ ਮੈਂ ਠੀਕ ਹਾਂ ਬਿਲਕੁਲ। ਸ਼ਾਨਦਾਰ ਮੁਹੱਲਾ ਕਲੀਨਿਕ ਹੈ, ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਹੈ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ। ਜਿੱਥੇ ਦਵਾਈ ਲੈਣੀ ਹੈ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ। ਟੋਟਲ ਪੇਪਰਲੈਸ ਹੈ। ਮਾਨ ਸਾਹਿਬ ਨੇ ਬਹੁਤ ਵਧੀਆ ਉਪਰਾਲਾ ਕੀਤਾ, ਵਧੀਆ ਕੰਮ ਕਰਿਆ ਸਰਕਾਰ ਨੇ, ਗਰੀਬਾਂ ਦਾ ਭਲਾ ਕਰਤਾ। ਪੰਜਾਬੀ 'ਚ ਕਿਹਾ ਜਾਂਦਾ ਹੈ ਬਾਕੀ ਦੇ ਕੰਮ ਬਾਅਦ 'ਚ, ਪਹਿਲਾਂ ਸਿਹਤ ਜ਼ਰੂਰੀ ਹੈ। ਸੋ ਅਸੀਂ ਜਦੋਂ ਸਹੁੰ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟੌਪ ਕਲਾਸ ਦਾ ਇਲਾਜ ਹੋਵੇ। ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਆਸਾਨ ਨਹੀਂ ਕਰ ਰਿਹਾ ਤੁਹਾਡੇ ਤੇ, ਮੇਰਾ ਫਰਜ਼ ਹੈ ਜੀ ਇਹ। ਸਾਡੇ ਨਾਲ ਸਾਬਕਾ ਐਗਜ਼ੀਕਿਊਟਿਵ ਮੈਜਿਸਟ੍ਰੇਟ ਨਰਿੰਦਰ ਮਲਹੋਤਰਾ ਜੀ ਇੱਥੇ ਮੌਜੂਦ ਨੇ। ਸਰ, ਜਦੋਂ ਆਪਾਂ ਕੇਸਾਂ ਦੀ ਗੱਲ ਕਰਦੇ ਹਾਂ, ਜੱਜਾਂ ਦੀ ਘਾਟ ਦੀ ਗੱਲ ਕਰਦੇ ਨੇ, ਤੁਸੀਂ ਕਹਿੰਦੇ ਹੋ ਕਿਤੇ ਨਾ ਕਿਤੇ ਅਸੀਂ ਜੇ ਪੁਰਾਣੇ ਸਾਬਕਾ ਜੱਜ ਨੇ ਜੇ ਰਿਟਾਇਰ ਹੋ ਚੁੱਕੇ ਹੈ ਜਾਂ ਪੰਚ ਹੋ ਗਏ ਜਾਂ ਜੈਸੇ ਪੰਚਾਇਤੀ ਮੈਂਬਰ ਹੋ ਗਏ, ਉਹਨਾਂ ਨੂੰ ਲੈ ਕੇ ਅਸੀਂ ਕਿਤੇ ਨਾ ਕਿਤੇ ਇਹਨਾਂ ਪੈਂਡਿੰਗ ਕੇਸਿਸ ਦਾ ਨਿਪਟਾਰਾ ਕਰ ਸਕਦੇ ਨੇ। ਲੇਕਿਨ ਸਰ, ਇਹ ਪੋਸੀਬਿਲਿਟੀ ਇਹ ਹੈਗੀ ਹੈ ਕਿ ਕਿੰਨੇ ਕੁ ਲੋਕ ਅੱਗੇ ਆਉਣਗੇ? ਸਤਿ ਸ੍ਰੀ ਅਕਾਲ ਮੈਡਮ, ਤੁਸੀਂ ਟੌਪਿਕ ਬਹੁਤ ਚੰਗਾ ਚੁਣਿਆ। ਸਭ ਤੋਂ ਪਹਿਲਾਂ ਤਾਂ ਮੈਂ ਆਨਰੇਬਲ ਜਸਟਿਸ ਸ੍ਰੀ ਚੰਦਰਚੂੜ ਜੀ ਦਾ ਬਹੁਤ ਹੀ ਜ਼ਬਰਦਸਤ ਫੈਨ ਹਾਂ, ਇਨ ਦਾ ਵੇ ਕਿ ਉਹ ਬਹੁਤ ਹੀ ਡਾਇਨਾਮਿਕ ਪਰਸਨੈਲਿਟੀ ਹੈ। ਉਹ ਬਹੁਤ ਕੁਝ ਕਰਨਾ ਚਾਹੁੰਦੇ ਨੇ ਲੇਕਿਨ ਕੁਝ ਸਿਸਟਮਸ ਦੀ ਆਪਣੀ ਪ੍ਰੋਬਲਮ ਹੈ। ਜੋ ਤੁਸੀਂ ਚੀਜ਼ ਉਠਾਈ ਉਹ ਗ੍ਰਾਸ ਰੂਟ ਲੈਵਲ ਦੀ ਹੈ ਤੇ ਪ੍ਰੋਬਲਮ ਦਾ ਸੋਲੂਸ਼ਨ ਇੱਥੋਂ ਹੀ ਨਿਕਲੇਗਾ। ਮੈਡਮ, ਮੈਂ ਇੱਕ ਚੀਜ਼ ਕਲੀਅਰ ਕਰਨਾ ਚਾਹੁੰਦਾ ਕਿ ਇਸ ਟਾਈਮ ਪੈਂਡੈਂਸੀ 2.5 ਕਰੋੜ ਕੇਸਿਸ ਜੁਡੀਸ਼ੀਅਲ ਕੇਸਿਸ ਦੀ ਹੈ, ਜਿਹੜੀ ਜੁਡੀਸ਼ੀਅਲ ਕੋਰਟਸ ਵਿੱਚ। ਰੈਵਨਿਊ ਕੋਰਟਸ ਦੇ ਡਾਟਾ पब्लिकली नहीं हो पा रहे क्योंकि रेवेन्यू कोर्ट्स आर विद एग्जीक्यूटिव पीपल एंड एग्जीक्यूटिव पीपल आर बिट शाई इन दिस। आई वोंट, मैं डिटेल नहीं जावांगा। टोटल केसिस 3 करोड़ तो ज़्यादा हैं तो मेरे हिसाब नाल इस नूं दूर करन दा इक्को तरीका है। जजिस की नियुक्ति वेलकम, 26,000 टोटल जजिस हैं, रिक्वायरमेंट बहुत ज़्यादा है। लेकिन अगर लोक अदालत के इंस्टीट्यूशन नूं स्ट्रोंगली, लॉजिकली, रैशनली, प्रैक्टिकली एंड टैक्नीकली आयोजन उन्हों का कराया जाए, ये समस्या हल हो सकती है। ਕਿਉਂਕਿ ਆਪਾਂ ਗੱਲ ਜਦ ਕਰਦੇ ਨੇ ਕਿ ਪੰਚਾਇਤ ਲੈਵਲ ਤੇ ਕੇਸਿਸ ਸੁਲਝਾ ਦਿੱਤੇ ਜਾਣ, ਜ਼ਿਆਦਾ ਕੇਸ ਜਿਹਨੇ ਉੱਤੇ ਕੋਰਟ ਤੱਕ ਨਾ ਪਹੁੰਚਣ ਜਾਂ ਹਾਈ ਕੋਰਟ ਤੱਕ ਜਾਂ ਸੁਪਰੀਮ ਕੋਰਟ ਤੱਕ ਨਾ ਪਹੁੰਚਣ। ਕਈ ਵਾਰ ਸੁਪਰੀਮ ਕੋਰਟ ਦੇ ਵਿਚਕਾਰ ਵੀ ਜੱਜਸ ਦੇ ਵਿਚਕਾਰ ਜਦ ਫੈਸਲਾ ਲਿੱਤਾ ਜਾਂਦਾ ਉਹ ਕਹਿੰਦੇ ਪਹਿਲੇ ਲੋਅਰ ਕੋਰਟ ਦੇ ਵਿਚਕਾਰ ਜਾਓ, ਉੱਥੇ ਅਗਰ ਨਹੀਂ ਮਿਲਦਾ ਤਾਂ ਲੋਅਰ ਕੋਰਟ ਸੁਲਝਾ ਸਕਦੀ। ਜ਼ਰੂਰੀ ਨਹੀਂ ਹੈ ਕਿ ਸੁਪਰੀਮ ਕੋਰਟ ਦੇ ਉੱਤੇ ਜੇ ਹੈਗਾ ਵਾਪਿਸ ਆਇਆ ਜਾਵੇ। ਲੇਕਿਨ ਸਰ, ਇੱਥੇ ਗੱਲ ਸਮਝਣ ਵਾਲੀ ਹੈ। ਜਦ ਆਪਾਂ ਕੋਰਟਸ ਦੀ ਗੱਲ ਕਰਦੇ, ਵੱਖ-ਵੱਖ ਕੋਰਟ ਦੀ ਗੱਲ ਕਰਦੇ ਹਾਂ, ਸਭ ਤੋਂ ਪਹਿਲੀ ਕੋਰਟ ਜੇ ਹੈਗੀ ਹੈ ਪੰਚਾਇਤਾਂ ਦੇ ਵਿਚਕਾਰ ਹੁੰਦੀ ਹੈ, ਜਿੱਥੇ ਮਾਮਲੇ ਸੁਲਝਾਉਣ ਦੀ ਹਮੇਸ਼ਾ ਗੱਲ ਕੀਤੀ ਜਾਂਦੀ ਹੈ। ਲੇਕਿਨ ਜ਼ਿਆਦਾਤਰ ਇਹ ਹੁੰਦਾ ਕਿ ਪੰਚਾਇਤਾਂ ਦੇ ਵਿਚਕਾਰ ਇੰਨੇ ਪੜ੍ਹੇ ਲਿਖੇ ਜਾਂ ਫਿਰ ਲੀਗਲ ਆਪਾਂ ਕਹੀਏ ਕਿ ਨਾਗਰਿਕ ਨਹੀਂ ਨੇ, ਪੰਚ ਨਹੀਂ ਨੇ, ਜਿਨ੍ਹਾਂ ਨੂੰ ਪੂਰੀ ਆਪਾਂ ਕਹੀਏ ਨੌਲੇਜ ਪਤਾ ਹੋਵੇ। ਤਾਂ ਕੀ ਘਾਟ ਇਹ ਜੇ ਘਾਟ ਹੈਗੀ ਹੈ, ਇਹ ਪਹਿਲੇ ਲੈਵਲ ਤੇ ਅਗਰ ਪੂਰੀ ਹੋ ਜਾਵੇ ਤਾਂ ਸ਼ਾਇਦ ਜੁਡੀਸ਼ੀਅਲ ਲੈਵਲ ਤੱਕ, ਜਿੱਥੇ ਕੋਰਟ ਹਾਈ ਕੋਰਟ ਜਾਂ ਕੋਈ ਵੱਡੇ ਕੋਰਟ ਤੱਕ ਪਹੁੰਚਣ ਦੀ ਲੋੜ ਹੀ ਨਾ ਪਵੇ। ਤੁਹਾਡੀ ਗੱਲ ਬਿਲਕੁਲ ਠੀਕ ਹੈ। ਤੁਸੀਂ ਜੋ ਐਨਾਲਿਸਿਸ ਕਰਿਆ ਪੰਚਾਇਤ ਦਾ ਉਹ 100% ਕਰੈਕਟ ਹੈ। ਜੁਡੀਸ਼ਰੀ ਨੇ ਇਸ ਪ੍ਰੋਬਲਮ ਨੂੰ ਸਮਝਿਆ ਤੇ ਉਹਨਾਂ ਲੀਗਲ ਲਿਟਰੇਸੀ ਐਕਟ ਦੇ ਤਹਿਤ ਪੈਰਾਲੀਗਲ ਵੋਲੰਟੀਅਰਸ, ਲੀਗਲ ਵੋਲੰਟੀਅਰਸ ਦੀ ਨਿਯੁਕਤੀ ਕਰਨੀ ਸ਼ੁਰੂ ਕਰੀ। ਉਹਨਾਂ ਨੂੰ ਲੀਗਲ ਵੋਲੰਟੀਅਰਸ ਵਿੱਚ ਜੱਜਿਸ, ਲਾਇਰਸ ਵੀ ਆ ਜਾਂਦੇ ਨੇ। ਪੈਰਾਲੀਗਲ ਵੋਲੰਟੀਅਰਸ ਵਿੱਚ ਜੋ ਲੀਗਲ ਬੈਕਗਰਾਊਂਡ ਦੇ ਬੰਦੇ ਹਨ ਜਾਂ ਨੌਨ ਲੀਗਲ ਬੈਕਗਰਾਊਂਡ ਦੇ ਹਨ ਬਟ ਨਾਟ ਪੋਲੀਟੀਕਲ ਪੀਪਲ, ਉਹਨਾਂ ਦਾ ਬੈਕਅਪ ਪੰਚਾਇਤਾਂ ਚਾਹੀਦਾ ਹੈ। ਤੇ ਉਹਨਾਂ ਦੀ ਸਪੋਰਟ 'ਚ ਰਿਟਾਇਰਡ ਪਟਵਾਰੀ ਨੂੰ ਵੀ ਕੁਝ
ਗ੍ਰਾਮ ਸਚਿਵਸ ਨੂੰ ਵੀ ਇਨਵੋਲਵ ਕਰਿਆ ਜਾਏ, ਆਸ਼ਾ ਵਰਕਰ, ਆਂਗਨਵਾੜੀ ਵਰਕਰਸ। ਮੈਡਮ ਬੜੀ ਸਿੰਪਲ ਪ੍ਰੋਬਲਮ ਹੈ, ਪੀਪਲ ਇਨ ਰੂਰਲ ਏਰੀਆਜ਼, ਪਿੰਡ ਦੇ ਲੋਕ ਇਮੋਸ਼ਨਲ ਹੁੰਦੇ, ਕਿਸੇ ਨੇ ਕਿਸੇ ਨੂੰ ਗਾਲੀ ਦੇ ਦੀ, ਉਹਦਾ ਪ੍ਰੈਸਟੀਜ ਇਸ਼ੂ ਬਣ ਗਿਆ ਤੇ ਉਹ ਫਿਰ ਸੁਪਰੀਮ ਕੋਰਟ ਤੱਕ ਜਾਏ ਬਿਨਾ ਨਹੀਂ ਰੁਕੇਗਾ। ਇਹ ਪੈਰਾਲੀਗਲ ਵੋਲੰਟੀਅਰਸ ਉਹਨਾਂ ਦੇ ਈਗੋ ਨੂੰ ਮੈਨੇਜ ਕਰਦੇ ਨੇ ਅੰਡਰ ਦ ਸੁਪਰਵਿਜ਼ਨ ਆਫ ਦਾ ਜੱਜਿਸ ਐਂਡ ਪ੍ਰੀਜ਼ਾਈਡਿੰਗ ਆਫੀਸਰਸ ਇਨ ਲੋਕ ਅਦਾਲਤਸ, ਤੇ ਵਿਦ ਦਾ ਹੈਲਪ ਆਫ ਪੰਚਾਇਤ ਉਹ ਇਸ ਕੰਮ ਨੂੰ ਕਰ ਸਕਦੇ ਨੇ। ਇਹ ਵਾਈਡ ਸਪਰੈਡ ਮੈਕੈਨਿਜ਼ਮ with proper honorarium and incentives to the legal and paralegal volunteers। ਅਗਰ ਇੱਕ ਪੰਚ ਵੀ ਇੱਕ ਪੈਰਾਲੀਗਲ ਵॉलंटियर ਦੇ ਤੌਰ ਤੇ ਕੰਮ ਕਰਦਾ ਹੈ, ਉਸ ਨੂੰ ਵੀ ਪੇਮੈਂਟ ਮਿਲਣੀ ਚਾਹੀਦੀ ਹੈ। ਪੇਮੈਂਟ ਕਿੱਧਰੋਂ ਆਏਗੀ ਇਤਨੀ? ਇਹ ਤਾਂ ਮੈਂ ਗੱਲ ਕਰਦੀ ਤੁਹਾਨੂੰ ਬੜੇ ਆਸਾਨੀ ਨਾਲ, ਲੇਕਿਨ ਕਰੋੜਾਂ ਅਰਬਾਂ ਰੁਪਏ ਦਾ ਬਜਟ ਹੈ। ਗਵਰਨਮੈਂਟ ਆਫ ਇੰਡੀਆ ਵਿੱਚ ਲੇਬਰ ਕਲਾਸ ਨੂੰ ਪੇਮੈਂਟ ਲਈ ਨਰੇਗਾ ਸਕੀਮ ਹੈ। ਨਰੇਗਾ 'ਚ ਇੱਕ ਛੋਟੀ ਜਿਹੀ ਅਮੈਂਡਮੈਂਟ ਹੋ ਜਾਏ, ਨਰੇਗਾ ਲੀਗਲ ਬਣ ਜਾਏ, ਸੈਕਟਰੀ ਆਫ ਲਾਅ ਐਂਡ ਸੈਕਟਰੀ ਆਫ ਮਨਰੇਗਾ ਵਿਲ prepare a draft and send it to the government for approval। ਕਰੋੜੋਂ ਅਰਬਾਂ ਰੁਪਏ ਆ ਜਾਏਗਾ। ਤੁਸੀਂ ਇੱਥੇ ਗੱਲ ਕੀਤੀ ਆਸ਼ਾ ਵਰਕਰਸ ਦੀ ਜਾਂ ਦੂਜੇ ਵਰਕਰਸ ਦੀ। ਜਦ ਆਪਾਂ ਇਹਨਾਂ ਵਰਕਰਸ ਦੀ ਗੱਲ ਕਰਦੇ ਹਾਂ, ਜ਼ਿਆਦਾ ਪੜ੍ਹੇ ਲਿਖੇ ਨਹੀਂ ਹੁੰਦੇ, ਤੁਸੀਂ ਕਿਹਾ ਕਿ ਆਪਾਂ ਪੈਰਾਲੀਗਲ ਐਡਵਾਈਜ਼ਰਸ ਜਾਂ ਫਿਰ ਵੋਲੰਟੀਅਰਸ ਤਿਆਰ ਕਰ ਸਕਦੇ ਨੇ, ਲੇਕਿਨ ਸਭ ਤੋਂ ਵੱਡੀ ਗੱਲ ਹੈ ਕਿ ਪੈਰਾਲੀਗਲ ਐਡਵਾਈਜ਼ਰ ਜਾਂ ਵੋਲੰਟੀਅਰਸ ਨੇ ਇਹ ਇਹਨਾਂ ਦੀ ਅਗਰ ਪਿਛੋਕੜ ਦੀ ਪੜ੍ਹਾਈ ਦੀ ਗੱਲ ਕੀਤੀ ਜਾਵੇ, ਕਿੰਨੇ ਪੜ੍ਹੇ ਲਿਖੇ ਹੋਣਗੇ? ਕਿਉਂਕਿ ਜਦ ਆਪਾਂ ਆਪਣੇ ਕੋਰਟ ਕਚਹਿਰੀਆਂ ਦੀ ਵਿਚਕਾਰ ਵੀ ਆਪਾਂ ਗੱਲ ਕਰਦੇ, ਬਹੁਤ ਸਾਰੇ ਜੂਨੀਅਰ ਲਾਇਰਸ ਵਕੀਲ ਹੁੰਦੇ ਨੇ ਜਿਨ੍ਹਾਂ ਨੂੰ ਇੰਨੀ ਪੇਮੈਂਟ ਨਹੀਂ ਮਿਲਦੀ, ਕਿਉਂਕਿ ਫਰਸਟ ਜਨਰੇਸ਼ਨ ਹੁੰਦੇ, ਸੈਕਿੰਡ ਥਰਡ ਜਨਰੇਸ਼ਨ ਆਉਣ ਤੱਕ ਕੇਸਿਸ ਆਉਣ ਲੱਗ ਪੈਂਦੇ। ਲੇਕਿਨ ਇਹਨਾਂ ਦੇ ਵਿਚਕਾਰ ਵੀ ਇਹਨਾਂ ਦੀ ਅਗਰ ਪੇਮੈਂਟ ਦੀ ਗੱਲ ਕੀਤੀ ਜਾਵੇ ਉਹ ਵੀ ਬਹੁਤ ਘੱਟ ਹੁੰਦੀ ਹੈ। ਤਾਂ ਕੀ ਆਪਾਂ ਜੇ ਇਹ ਛੋਟੇ ਲਾਇਰਸ ਨੇ, ਫਰਸਟ ਜਨਰੇਸ਼ਨ ਲਾਇਰਸ ਨੇ, ਇਹਨਾਂ ਨੂੰ ਵੀ ਕਿਤੇ ਨਾ ਕਿਤੇ ਆਪਾਂ ਕੰਮ ਦੇ ਸਕਦੇ ਨੇ? ਐਗਜ਼ੈਕਟਲੀ ਮੈਡਮ, ਦਿਸ ਇਜ਼ ਦ ਕਿਉਰ ਆਫ ਦ ਪ੍ਰੋਬਲਮ। ਗਵਰਨਮੈਂਟ ਨਰੇਗਾ ਸਕੀਮ ਦੇ ਤਹਿਤ ਸਕਿਲਡ ਫੰਕਸ਼ਨਰੀਜ਼ ਨੂੰ, ਆਫੀਸ਼ੀਅਲਸ ਨੂੰ ਅੱਛੀ ਪੇਮੈਂਟ ਕਰਨ ਵਿੱਚ ਸક્ષਮ ਹੈ। ਇੱਕ ਕੰਪਰੋਮਾਈਜ਼ ਕੇਸ ਵਿੱਚ ਈਵਨ ਸਾਡੇ ਮੀਡੀਏਟਰਸ ਨੂੰ ਵੀ ਅੱਛੀ ਪੇਮੈਂਟ ਮਿਲ ਜਾਂਦੀ ਹੈ, 3500 3000। ਸਿਮਿਲਰ ਇਜ਼ ਫਰੋਮ ਮਨਰੇਗਾ ਸਕੀਮ, ਦ ਪੇਮੈਂਟਸ ਵਿਲ ਬੀ ਮੇਡ ਟੂ ਸੱਚ ਪੀਪਲ। ਨਿਊ ਜਨਰੇਸ਼ਨ ਲਾਇਰਸ ਜਿਨ੍ਹਾਂ ਦੇ ਹਾਲਾ ਕੰਮ ਨਹੀਂ ਜੰਮਿਆ ਉਹਨਾਂ ਦਾ, ਦੇ ਆਰ ਬਿਗਿਨਰਸ, ਦੇ ਆਰ ਜਸਟ ਹੈਵਿੰਗ ਅ ਸਟਾਰਟ ਇਨ ਦੇਅਰ ਕੈਰੀਅਰ, ਉਹ ਤਾਂ ਬਹੁਤ ਅੱਛੀ ਭੂਮਿਕਾ ਇਸੇ ਨਿਭਾ ਸਕਦੇ ਨੇ। ਤੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਇਤਨੀ ਆਸ਼ਾ ਵਰਕਰ, ਆਂਗਨਵਾੜੀ ਵਰਕਰ, ਪੰਚ, ਸਰਪੰਚ, ਉਹਨਾਂ ਦਾ ਐਜੂਕੇਸ਼ਨਲ ਲੈਵਲ ਨਹੀਂ ਹੈ। ਮੈਡਮ ਇੱਕ ਹੁੰਦਾ ਪੜ੍ਹਾ ਲਿਖਾ ਬੰਦਾ, ਇੱਕ ਹੁੰਦਾ ਕੜਾ ਲਿਖਾ। ਅਗਰ ਸੱਸ ਤੇ ਬਹੂ ਦੇ ਕਾਰਨ, ਲੜਾਈ ਦੇ ਕਾਰਨ ਡਾਈਵੋਰਸ ਹੋ ਰਿਹਾ ਹੈ, ਇਹ ਲੋਕ ਉਸ ਚਾਚੀ ਨੂੰ, ਤਾਈ ਨੂੰ ਆਪਣਾ ਬਣਾ ਕੇ, ਰਿਸਪੈਕਟ ਦੇ ਕੇ ਇਸ ਸਮੱਸਿਆ ਨੂੰ ਹੱਲ ਕਰ ਸਕਦੇ ਨੇ, ਜਿਹੜੇ ਇੰਗਲਿਸ਼ ਸਪੀਕਿੰਗ ਲਾਇਰਸ ਨਹੀਂ ਕਰ ਸਕਦੇ। ਪਿੰਡ ਦੇ ਲੋਕ, ਆਈ ਵਿਲ ਰਿਪੀਟ, ਕਿ ਇਮੋਸ਼ਨਲ ਹੁੰਦੇ ਨੇ, ਤੇ ਉਹਨਾਂ ਨੂੰ ਇਮੋਸ਼ਨਲੀ ਅਪਰੋਚ ਕਰਿਆ ਜਾਏ ਤਾਂ ਬਹੁਤ ਰਿਜ਼ਲਟ ਨਿਕਲਦੇ ਨੇ। ਅੱਛਾ, ਇਹ ਜੇ ਆਪਾਂ ਗੱਲ ਡਿਸਕਸ਼ਨ ਕਰ ਰਹੇ ਨੇ ਕਿ ਪੈਰਾ ਲੀਗਲ ਐਡਵਾਈਜ਼ਰ ਜਾਂ ਵੋਲੰਟੀਅਰ ਤਿਆਰ ਕਰਨੇ ਨੇ, ਜਦ ਆਪਾਂ ਗੱਲ ਕਰਦੇ ਨੇ ਖਾਕਾ ਤਿਆਰ ਕਿੰਨੇ ਕਰਨਾ, ਕੇਂਦਰ ਸਰਕਾਰ ਨੇ ਕਰਨਾ, ਸੂਬਾ ਸਰਕਾਰ ਨੇ ਕਰਨਾ, ਇਹ ਕਿਹਦੇ ਹੱਕ ਦੇ ਵਿਚਕਾਰ ਆਉਂਦਾ ਹੈ? ਕੌਣ ਇਸ ਦੀ ਸ਼ੁਰੂਆਤ ਕਰੇਗਾ? ਕਿਉਂਕਿ ਆਪਾਂ ਤਾਂ ਕਹਿੰਦੇ ਡਰਾਫਟ ਤਾਂ ਬਹੁਤ ਸਾਰੇ ਬਣ ਜਾਂਦੇ ਨੇ। ਅਗਰ BNS ਦੀ ਗੱਲ ਕੀਤੀ ਜਾਵੇ, ਚੇਂਜ ਹੋਇਆ, ਬਹੁਤ ਸਾਰੇ ਲੋਕਾਂ ਨੂੰ ਇਹ ਸੀਗਾ ਕਿ ਹੁਣ BNS ਆ ਗਿਆ, ਕਿਤੇ ਨਾ ਕਿਤੇ ਜਲਦੀ ਹੋ ਜਾਣਗੇ ਸਾਰੇ ਕੇਸਿਸ ਦੇ ਨਿਪਟਾਰੇ, ਜਲਦੀ ਹੋ ਜਾਣਗੇ, ਕਿਉਂਕਿ ਟਾਈਮ ਲਿਮਿਟ ਦਿੱਤਾ ਹੋਇਆ। ਉਸ ਦੇ ਵਿਚਕਾਰ ਪੁਲਿਸ ਦੀ ਭੂਮਿਕਾ ਦਾ ਵੀ ਉਹ ਕੀਤਾ ਗਿਆ, ਜੋੜਿਆ ਗਿਆ। ਲੇਕਿਨ ਸਭ ਤੋਂ ਵੱਡੀ ਗੱਲ ਹੈ ਕਿ ਹੁਣ ਪੁਲਿਸ ਦੇ ਕੋਲ ਬਹੁਤ ਸਾਰਾ ਕੰਮ ਹੈ। ਅਗਰ ਆਪਾਂ 1947 ਤੋਂ ਪਹਿਲੇ ਦੇਖੀਏ ਤਾਂ ਕੇਸਾਂ ਦੇ ਨਿਪਟਾਰੇ ਕਿਸੇ ਹੋਰ ਤਰੀਕੇ ਨਾਲ ਹੁੰਦੇ ਸੀਗੇ, ਪਰ ਹੁਣ ਜੇ ਆਪਾਂ ਗੱਲ ਕਰਦੇ ਨੇ, ਹੁਣ ਪੁਲਿਸ ਇੱਕ ਵੱਖ ਫਾਰਮ ਦੇ ਵਿਚਕਾਰ ਹੈਗਾ। ਮੈਡਮ ਇੱਕ ਕੁਐਸਚਨ ਵਿੱਚ ਤੁਹਾਡੇ 3 ਪਾਰਟਸ ਹਨ, ਤਿੰਨੋਂ ਪਾਰਟਸ ਨੂੰ ਮੈਂ ਇੱਕ ਇੱਕ ਕਰਕੇ ਡੀਲ ਕਰਾਂਗਾ। ਇੱਕ ਤਾਂ ਤੁਸੀਂ ਪੁੱਛੇ ਕਿ ਇਹ ਐਡਮਿਨਿਸਟ੍ਰੇਟਿਵ ਲੈਵਲ ਤੇ ਸਮੱਸਿਆ ਦਾ ਹੱਲ ਹੈ, ਪੋਲੀਟੀਕਲ ਲੈਵਲ ਤੇ ਹੈ ਜਾਂ ਜੁਡੀਸ਼ੀਅਲ ਲੈਵਲ ਤੇ? ਇਸ ਦਾ ਹੱਲ ਹੈ ਐਗਜ਼ੀਕਿਊਟਿਵ, ਪੋਲੀਟੀਕਲ ਔਰ ਜੁਡੀਸ਼ੀਅਲ ਤਿੰਨੋਂ ਦੇ ਕੋਆਰਡੀਨੇਸ਼ਨ ਨਾਲ ਹੱਲ ਹੋਏਗਾ। ਜੋ ਨਵਾਂ ਐਕਟ ਆਇਆ ਨਾ, ਉਹਦੇ 'ਚ ਲਾਅ ਮਿਨਿਸਟਰ ਵੀ ਬੈਠੇ ਸੀਗੇ, ਲਾਅ ਸੈਕਟਰੀ ਵੀ ਬੈਠੇ ਸੀਗੇ, ਜੁਡੀਸ਼ੀਅਲ ਜੱਜਿਸ, ਜਸਟਿਸ ਸੀਨੀਅਰ ਲੈਵਲ ਉਹ ਵੀ ਬੈਠੇ ਸੀਗੇ, ਉਹਨਾਂ ਦੇ ਵਿੱਚ ਇੰਟਰੈਕਸ਼ਨ ਹੋਈ ਤੇ ਇਹ ਲਾਅ ਆਇਆ, ਬਹੁਤ ਅੱਛਾ ਹੈ। ਇਸ ਵਿੱਚ ਪ੍ਰੋਵੀਜ਼ਨ ਹੈ ਕਿ 1 ਸਾਲ ਤੁਸੀਂ ਇੱਕ ਕਿਸ ਦੀ ਡਿਸਪੋਜ਼ਲ ਕਰਨੀ ਹੈ। ਬਟ ਆਈ ਰੇਜ਼ ਅ ਕੁਐਸਚਨ, ਇਨਫਰਾਸਟ੍ਰਕਚਰ ਤਾਂ ਉਹੀ ਹੈ, ਇਨਫਰਾਸਟ੍ਰਕਚਰ ਤਾਂ ਥਰੂ ਆਊਟ ਉਹੀ ਜੱਜ ਹੈ। ਤੇ ਇੱਕ ਜੱਜ ਦੀ ਤੁਸੀਂ ਕੌਜ਼ ਲਿਸਟ ਲੋਅਰ ਕੋਰਟ 'ਚ ਦੇਖੋ ਤਾਂ ਕਮ ਤੋਂ ਕਮ ਉਸਨੇ ਇੱਕ ਦਿਨ ਵਿੱਚ 50-55 ਕੇਸ ਸੁਣਨੇ ਨੇ। ਉਹ ਵਿਚਾਰਾ, ਉਸ ਦੀ ਹਾਲਤ, ਜੁਡੀਸ਼ੀਅਲ ਅਫੀਸਰ ਔਰ ਰੈਵਨਿਊ ਅਫੀਸਰ ਦੀ ਹਾਲਤ ਉਹੀ ਹੈ ਕਿ ਤੁਸੀਂ ਦੇਖਦੇ ਹੋ ਨਾ ਕਿ ਇੱਕ ਛੋਟੀ ਜਿਹੀ ਕੀੜੀ ਹੁੰਦੀ ਹੈ ਤੇ ਵੱਡਾ ਦਾਣਾ ਕਣਕ ਦਾ ਉਠਾ ਕੇ ਜਾ ਰਹੀ ਹੈ ਤੇ ਪਿੱਛੇ ਛੁਪ ਜਾਂਦੀ ਹੈ। ਸਿਮਿਲਰਲੀ ਦੇ ਆਰ ਓਵਰਬਰਡਨ ਵਿਦ ਦਾ, ਉਹਨਾਂ ਦਾ ਬਰਡਨ ਫੀਲਡ ਫੰਕਸ਼ਨਰੀਜ਼ ਕੰਮ ਕਰਨਗੇ। ਦੂਜੀ ਇੱਕ ਤੁਸੀਂ ਗੱਲ ਬਹੁਤ ਅੱਛੀ ਕਰੀ ਕਿ
ਆਜ਼ਾਦੀ ਤੋਂ ਪਹਿਲੇ ਪੁਲਿਸ ਜੁਡੀਸ਼ੀਅਲ ਤੇ ਸਿਵਲ ਦਾ ਕੋਆਰਡੀਨੇਸ਼ਨ ਸੀਗਾ। ਆਈ ਐਗਰੀ। ਆਜ਼ਾਦੀ ਤੋਂ ਪਹਿਲੇ ਡੀਐਮ ਡਿਸਟ੍ਰਿਕਟ ਮੈਜਿਸਟ੍ਰੇਟ ਔਰ ਡਿਪਟੀ ਕਮਿਸ਼ਨਰ ਔਰ ਕਲੈਕਟਰ was the overall boss of criminal courts, that is judiciary, police and civil. ਆਜ਼ਾਦੀ ਤੋਂ ਬਾਅਦ ਤਿੰਨੋਂ ਵਿੰਗ ਸੈਪਰੇਟ ਹੋ ਗਏ ਤੇ ਦੇਸ਼ ਨੂੰ ਇਤਨਾ ਵੱਡਾ ਨੁਕਸਾਨ ਹੋ ਗਿਆ। ਇਸ ਟਾਈਮ ਤਿੰਨੋਂ ਵਿੰਗਸ ਸੈਪਰੇਟ ਵਾਟਰ ਟਾਈਟ ਕੰਪਾਰਟਮੈਂਟਸ ਵਿੱਚ ਕੰਮ ਕਰ ਰਹੇ। ਉਹਨਾਂ ਦਾ ਆਪਸ ਵਿੱਚ ਕੋਆਰਡੀਨੇਸ਼ਨ ਕੋਈ ਨਹੀਂ ਹੈ। ਅਗਰ ਇੱਕ ਡਿਸਟ੍ਰਿਕਟ ਲੈਵਲ ਕੋਆਰਡੀਨੇਸ਼ਨ ਕਮੇਟੀ ਅੰਡਰ ਦਾ instructions of high court in consultation with the chief justice, chief secretary of a state and political boss, very simple, chief judicial magistrate एक member हो गया from judiciary side, city magistrate दूसरा member हो गया for civil side and DSP हो गया तीसरा member. Madam, I am surprised and you will also feel surprised to see कि लाखों cases हैं जो judicial court try नहीं कर सकती। For example, VCLA 7 ਜਿਹੜੇ ਜੁਡੀਸ਼ੀਅਲ ਕੋਰਟ ਵਿੱਚ ਆ ਰਹੇ ਨੇ ਅੰਡਰ ਦਾ ਡਿਕਟਮ ਦਿਸ ਮੇ ਬੀ ਡਿਸਾਈਡਡ ਅੰਡਰ ਡਿਊ ਕੋਰਸ ਆਫ ਲਾਅ। ਇਹ ਕੋਆਰਡੀਨੇਸ਼ਨ ਕਮੇਟੀ ਬੈਠ ਕੇ ਪਹਿਲੇ ਤਾਂ ਇਹਨਾਂ ਨੂੰ ਸੌਰਟ ਆਊਟ ਕਰੇਗੀ ਕਿ ਜਿਹੜੇ ਕੇਸਿਸ ਰੈਵਨਿਊ ਕੋਰਟ ਨੂੰ ਟਰਾਈ ਕਰਨੇ ਨੇ ਉਹ ਡ੍ਰੌਪ ਆਊਟ ਕਰੇ ਜਾਣ, ਉਹ ਸੌਰਟ ਆਊਟ ਕਰੇ ਜਾਣ। ਲੱਖਾਂ ਕੇਸਿਸ ਤਾਂ ਉਸੇ ਕੰਮ ਹੋ ਜਾਣਗੇ। ਫਿਰ ਹਰ ਰੋਜ਼ ਦਾ ਉਹ ਹੈ ਸੈਟਅਪ ਕਿ ਹਰ ਮੰਥਲੀ ਜਾਂ ਆਫਟਰ 15 ਦਿਨ ਇਹਨਾਂ ਦੀ ਕੋਆਰਡੀਨੇਸ਼ਨ ਕਮੇਟੀ ਹੋਣੀ ਚਾਹੀਦੀ ਜੋ ਪ੍ਰੋਬਲਮਸ ਫੀਲਡ ਤੋਂ ਆ ਰਹੀ ਹੈ। ਤੇ ਮੈਡਮ ਲੋਕ ਅਦਾਲਤ 24/7 फीचर होना चाहिए विद प्री ऑर्गेनाइजेशन प्रिपरेशन एंड पोस्ट ऑर्गेनाइजेशन ऑफ द इवेंट फॉलो अप। इस टाइम कोई मैडम कोई हिस्ट्री केस हिस्ट्री नहीं तैयार हो गई। राम एंड श्याम लड़ रहे सीगे, आए कॉम्प्रोमाइज़ होंदा तुहाडा ठीक है, उस तो बाद कोई नहीं है। वही उन्होंने केस हिस्ट्री तुहाडा स्टाफ तैयार करेगा तो पैरालीगल वॉलंटियर्स ਨੂੰ ਦਿਓ, ਉਹ ਜਾ ਕੇ ਕੰਪਰੋਮਾਈਜ਼ ਕਰਾਣਗੇ, ਕਿਸੇ ਦੇ ਪੈਰਾਂ ਨੂੰ ਹੱਥ ਲਾਣਗੇ, ਕਿਸੇ ਦੀ ਦਾੜੀ ਨੂੰ ਹੱਥ ਲਾਣਗੇ, ਹੱਥ ਜੋੜਨਗੇ, ਪੈਰਾਂ ਨੂੰ ਪੈਣਗੇ। सोसाइटी काम करेगी, पॉलिटिकल पीपल काम करेंगे, एमपीज विल कंट्रीब्यूट टू दैम, स्पिरिचुअल लीडर्स ਜਿਹੜੇ ਜਿਨ੍ਹਾਂ ਦਾ ਉਸ ਏਰੀਆ 'ਚ ਪ੍ਰਭਾਵ ਹੈ ਉਹਨਾਂ ਦੀ ਪਾਰਟਿਸਿਪੇਸ਼ਨ ਇਨਸ਼ੋਰ ਕਰੋ। ਸਿੰਗਲ ਤੁਸੀਂ ਸੋਚਦੇ ਹੋ ਕਿ ਜੁਡੀਸ਼ੀਅਲ ਵਿੰਗ ਵਿਲ ਰਿਡਿਊਸ ਦਾ ਬਰਡਨ ਆਫ ਕੋਰਟਸ, ਨੈਵਰ ਮੈਡਮ, ਦਾ ਪ੍ਰੋਬਲਮ ਇਜ਼ ਕਮਿੰਗ ਫਰੋਮ ਪੁਲਿਸ ਐਂਡ ਐਗਜ਼ੀਕਿਊਟਿਵ। ਤੇ ਤੁਸੀਂ ਕੀ ਸੋਚਦੇ ਹੋ ਜਿਹੜਾ ਐਸਐਚਓ ਹੈ ਉਹ ਸਲੂਟ ਮਾਰਦਾ ਬਹੁਤ ਅੱਛਾ ਜੁਡੀਸ਼ੀਅਲ ਮੈਜਿਸਟ੍ਰੇਟ ਨੂੰ, ਲੇਕਿਨ ਵਿਚਾਰਾ ਪੋਲੀਟੀਸ਼ੀਅਨ ਦੇ ਹੱਥੇ ਫਸਿਆ ਹੋਇਆ। ਪੁਲਿਸ ਦੀ ਤੁਸੀਂ ਜੋ ਗੱਲ ਕਰੀ ਉਹ ਇੱਕ ਵੈਲਿਡ ਪੁਆਇੰਟ ਹੈ ਮੈਡਮ। ਹਰ ਡਿਸਟ੍ਰਿਕਟ ਇੱਕ ਐਸਪੀ ਦੇ ਥੱਲੇ 300 ਤੋਂ 400 ਪੁਲਿਸ ਕਾਂਸਟੇਬਲਸ ਇਨਕਲੂਡਿੰਗ ਏਐਸਆਈ, ਐਸਆਈ, ਡੀਐਸਪੀਜ਼, ਇੰਸਪੈਕਟਰ ਐਟਸੈਟਰਾ ਕੰਮ ਕਰਦੇ ਨੇ ਤੇ ਪੁਲਿਸ ਲਾਈਨ 'ਚ ਖਾਲੀ ਪਏ ਡਿਪੈਂਡਿੰਗ ਅਪੋਨ ਦਾ ਸਾਈਜ਼ ਆਫ ਦਾ ਡਿਸਟ੍ਰਿਕਟ। ਛੋਟੇ ਡਿਸਟ੍ਰਿਕਟ ਵਿੱਚ ਥੋੜਾ ਕੰਮ ਹੋ ਸਕਦਾ, ਵੱਡੇ ਡਿਸਟ੍ਰਿਕਟ ਵਿੱਚ 500-600 ਹੋ ਸਕਦੇ ਨੇ। मैडम वेरी सिंपल, 50 पुलिस कॉन्स्टेबल्स विद इंस्पैक्टर एंड फ्यू एसआई और एसआई इन्हों का एक कंटिजेंट जुडिशियल मैजिस्ट्रेट के थले दे दिया जाए, डीएसपी लीगल लगा दिया जाए। डीएसपी लीगल जो कोर्ट च बैठेगा, इस टाइम एक फैसला हो गया कब्जा लेना है और 6 महीने तक फैसला ही नहीं काबू आता क्योंकि एसएचओ को फुर्सत ही नहीं है पॉलिटिकल बॉसिस तो अपने सीनियर्स तो। ਉਹ ਪੁਲਿਸ ਦਾ ਕੰਟਿੰਜੈਂਟ ਸੈਪਰੇਟਲੀ ਜੁਡੀਸ਼ੀਅਲ ਸੀਜੀਐਮ ਦੇ ਥੱਲੇ ਹੋਏਗਾ। ਇੱਧਰ ਫੈਸਲਾ ਆਇਆ 24 ਘੰਟੇ 'ਚ ਉਸਦੀ ਟੀਮ ਡੀਐਸਪੀ ਨੂੰ ਭੇਜ ਕੇ ਤੇ ਉਸ ਦਾ ਕਬਜ਼ਾ ਲੈ ਲੇਗੀ। ਇਸ ਟਾਈਮ ਹਾਲ ਹੈ ਵਿਚਾਰੇ ਲੱਖਾਂ ਕੋਸ਼ਿਸ਼ ਦਾ ਐਗਜ਼ੀਕਿਊਸ਼ਨ ਲਈ ਪਏ ਇਤਨੀ ਦੇਰ 'ਚ ਸਟੇ ਲੈ ਆਉਂਦੇ ਸੁਪੀਰੀਅਰ ਕੋਰਟ ਤੋਂ। ਕਿਤੇ ਨਾ ਕਿਤੇ ਤੁਹਾਡਾ ਬੋਲਣ ਦਾ ਭਾਵ ਇਹ ਹੈ ਕਿ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਪਏਗਾ। ਕੋਆਰਡੀਨੇਸ਼ਨ, ਸਾਮੰਜस्य, ਤਾਲਮੇਲ। ਇੰਜ ਨਹੀਂ ਹੈ ਕਿ ਤੁਸੀਂ ਇੱਕ ਦੂਜੇ ਤਰਫ ਪੀਠ ਕਰਕੇ बैठे हो कि जी मैं तो डिस्ट्रिक्ट का पुलिस चीफ हूँ, मैं डिस्ट्रिक्ट का सिविल का चीफ हूँ और मैं जुडिशियल चीफ हूँ। नो मैडम, नो। परिवार के जितने बंदे हैं, पिता है, पुत्र है, बहू है, सब अपना कोई रसोई संभाल लिया, कोई बिजनेस संभाल लिया, कोई कुछ संभाल लिया। सिमिलरली इज अवर सेटअप। ਸਾਡੇ ਨਾਲ ਸਾਬਕਾ ਐਗਜ਼ੀਕਿਊਟਿਵ ਮੈਜਿਸਟ੍ਰੇਟ ਨਰਿੰਦਰ ਮਲਹੋਤਰਾ ਜੀ ਸੀਗੇ ਤੇ ਇਹਨਾਂ ਨਾਲ ਜਦ ਅਸੀਂ ਗੱਲਬਾਤ ਕੀਤੀ ਤਾਂ ਪਤਾ ਲੱਗਿਆ ਕਿ ਇਹਨਾਂ ਦਾ ਕਹਿਣਾ ਕਿ ਪੈਰਾ ਲੀਗਲ ਵੋਲੰਟੀਅਰਸ ਨੂੰ ਜਨਰੇਟ ਕਰਨਾ ਚਾਹੀਦਾ ਤੇ ਪੰਚਾਇਤ ਲੈਵਲ ਤੇ ਬਹੁਤ ਸਾਰੇ ਕੇਸਿਸ ਦਾ ਨਿਪਟਾਰਾ ਹੋ ਸਕਦਾ ਹੈ। ਕਮੇਟੀ ਬਣਾਈ ਜਾਏ, ਲੋਕ ਅਦਾਲਤ 24 ਘੰਟੇ ਚੱਲੇ। ਇਸ ਦੇ ਨਾਲ ਪਹਿਲਾਂ ਤੋਂ ਬਾਅਦ ਦੇ ਵਿਚਕਾਰ ਜੋ ਕੇਸਿਸ ਦਾ ਨਿਪਟਾਰਾ ਹੁੰਦਾ ਉਸ ਤੋਂ ਬਾਅਦ ਇੱਕ ਖਾਕਾ ਤਿਆਰ ਕੀਤਾ ਜਾਏ ਕਿੱਥੇ ਤੱਕ ਪਹੁੰਚਿਆ, ਕਿਉਂਕਿ ਸਾਰਿਆਂ ਨੂੰ ਇੱਥੇ ਬੈਠਣਾ ਪੜੇਗਾ। ਕਿਹੜਾ ਵੀ ਇਲਾਕਾ ਹੋਵੇ ਉੱਥੇ ਜੇ ਹੈ ਉਸ ਦਾ ਪ੍ਰਭਾਵ ਕਿਸ ਦਾ ਪੈ ਰਿਹਾ, ਭਾਵੇਂ
ਸਪਿਰਚੁਅਲ ਹੋਵੇ ਜਾਂ ਫਿਰ ਆਪਾਂ ਕਰੀ ਸਾਈਕੋਲੋਜੀਕਲ ਲੈਵਲ, ਇਹਨਾਂ ਚੀਜ਼ਾਂ ਦੇ ਉੱਤੇ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਬਹੁਤ ਸਾਰੇ ਕੇਸਿਸ ਘੱਟ ਹੋ ਸਕਦੇ, ਲੇਕਿਨ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਖਾਕਾ ਤਾਂ ਇੱਥੇ ਤਿਆਰ ਹੋ ਗਿਆ, ਲੇਕਿਨ ਇਹ ਖਾਕੇ ਨੂੰ ਪ੍ਰਵਾਨਗੀ ਕਿਸਨੇ ਦੇਣੀ ਹੈ? ਇਸ ਖਾਕੇ ਨੂੰ ਤਿਆਰ ਕਰਨ ਲਈ ਅੱਗੇ ਕੌਣ ਆਊਗਾ? ਕੀ ਸੂਬਾ ਸਰਕਾਰ ਆਊਗੀ ਕਿ ਕੇਂਦਰ ਸਰਕਾਰ ਆਊਗੀ? ਲੇਕਿਨ ਸਭ ਤੋਂ ਵੱਡੀ ਗੱਲ ਹੈ ਲੋਕ ਪਰੇਸ਼ਾਨ ਨੇ, ਕਰੋੜਾਂ ਦੇ ਹਿਸਾਬ ਦੇ ਵਿਚਕਾਰ ਕੇਸ ਪਏ ਨੇ ਔਰ ਸਾਰੇ ਆਪਣੇ ਫੈਸਲੇ ਦੇ ਉੱਤੇ ਨਿਗਾਹ ਟੇਕ ਕੇ ਬੈਠੇ ਨੇ ਕਿ ਸਾਡਾ ਫੈਸਲਾ ਕਦ आएगा। कैमरामैन गणेश के नाल नीरू बिजनवान, दैनिक सवेरा टीवी। देश दुनिया की हर खबर सबसे पहले देखने के लिए फॉलो करें दैनिक सवेरा टीवी, यूट्यूब, फेसबुक, इंस्टाग्राम, एक्स और व्हाट्सएप चैनल पर।